कंटिन्यू करते हैं जी। अगला प्रश्न, विच वन ऑफ द फॉलोइंग लीडर्स ऑफ द कांग्रेस वाज टोटली इन फेवर ऑफ द कैबिनेट मिशन प्लान। कैबिनेट मिशन प्लान ਦੇ ਪੱਖ ਵਿੱਚ ਨਹੀਂ ਸੀ ਕਾਂਗਰਸ, ਪਰ ਫਿਰ ਵੀ ਕਾਂਗਰਸ ਦਾ ਇੱਕ ਬੰਦਾ ਸੀ, ਉਹ ਕੈਬਨਿਟ ਮਿਸ਼ਨ ਪਲਾਨ ਦੇ ਪੂਰੀ ਤਰ੍ਹਾਂ ਫੇਵਰ ਵਿੱਚ ਸੀ। ਦੱਸੋ ਜੀ ਕੌਣ ਸੀ? ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ। ਇਹ ਸੀ ਜੀ ਸਰਦਾਰ ਪਟੇਲ। ਅਗਲਾ ਪ੍ਰਸ਼ਨ, ਵਿਚ ਵਨ ਆਫ ਦ ਫੋਲੋਇੰਗ ਇੰਡੀਅਨ ਲੀਡਰਸ ਵਾਜ਼ ਡਿਸਮਿਸਡ ਬਰਖਾਸਤ ਕਰ ਦਿੱਤਾ ਗਿਆ ਸੀ ਬਾਈ ਦਾ ਬ੍ਰਿਟਿਸ਼ ਫਰੋਮ ਦਾ ਇੰਡੀਅਨ ਸਿਵਲ ਸਰਵਿਸ ਤੋਂ ਅੰਗਰੇਜ਼ਾਂ ਦੁਆਰਾ ਉਹਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਸਤਿੰਦਰ ਨਾਥ ਟੈਗੋਰ, ਇਹ ਪਹਿਲੇ ਬੰਦੇ ਸੀ ਜਿਨ੍ਹਾਂ ਨੇ ਇੰਡੀਅਨ ਸਿਵਲ ਸਰਵਿਸ ਦਾ ਐਗਜ਼ਾਮ ਕਲੀਅਰ ਕੀਤਾ ਸੀ। ਸੁਰਿੰਦਰ ਨਾਥ ਬੈਨਰਜੀ, ਆਰ.ਸੀ. ਦੱਤ ਜਾਂ ਸੁਭਾਸ਼ ਚੰਦਰ ਬੋਸ। ਇਹ ਸੀ ਜੀ ਸੁਰਿੰਦਰ ਨਾਥ ਬੈਨਰਜੀ ਨੇ 1869 ਵਿੱਚ ਮੁਕਾਬਲੇ ਦੀ ਪ੍ਰੀਖਿਆ ਪਾਸ ਕੀਤੀ, ਕੰਪੀਟੀਟਿਵ ਐਗਜ਼ਾਮ ਪਾਸ ਕੀਤਾ, ਪਰ ਉਸਦੀ ਸਹੀ ਉਮਰ ਨੂੰ ਲੈ ਕੇ ਵਿਵਾਦ ਦੇ ਕਾਰਨ ਉਸਨੂੰ ਰੋਕ ਦਿੱਤਾ ਗਿਆ। ਉਮਰ ਦੇ ਉੱਤੇ ਵਿਵਾਦ ਹੋ ਗਿਆ, ਚਲੋ ਜੀ ਉਹਨੂੰ ਪੋਸਟ ਨਹੀਂ ਮਿਲੀ। ਫਿਰ ਅਦਾਲਤਾਂ ਵਿੱਚ ਮਾਮਲੇ ਨੂੰ ਕਲੀਅਰ ਕਰਨ ਤੋਂ ਬਾਅਦ ਬੈਨਰਜੀ ਨੇ 1874 ਵਿੱਚ ਦੁਬਾਰਾ ਪ੍ਰੀਖਿਆ ਪਾਸ ਕੀਤੀ ਅਤੇ ਸਿਲਹਟ ਵਿੱਚ ਸਹਾਇਕ ਮੈਜਿਸਟ੍ਰੇਟ ਵਜੋਂ ਤਾਇਨਾਤ ਰਹੇ। ਹਾਲਾਂਕਿ ਬੈਨਰਜੀ ਨੂੰ ਨਸਲੀ ਵਿਤਕਰੇ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਕਾਰਨ ਨੌਕਰੀ ਤੋਂ ਛੇਤੀ ਹੀ ਬਰਖਾਸਤ ਕਰ ਦਿੱਤਾ ਗਿਆ ਸੀ। 1863 ਵਿੱਚ ਸਤਿੰਦਰ ਨਾਥ ਟੈਗੋਰ ICS ਦੀ ਯੋਗਤਾ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਬਣੇ ਸਨ। ਇਹ ਸਤਿੰਦਰ ਨਾਥ ਟੈਗੋਰ ਦੀ ਗੱਲ ਹੋ ਗਈ। ਸਾਡਾ ਆਨਸਰ ਹੈ ਜੀ ਸੁਰਿੰਦਰ ਨਾਥ ਬੈਨਰਜੀ। ਅੱਗੇ ਦੇਖੋ, ਦ ਟਰਮ ਇੰਪੀਰੀਅਲ ਪ੍ਰੈਫਰੈਂਸ ਵਾਜ਼ ਅਪਲਾਈਡ ਟੂ। ਦੱਸੋ ਜੀ, ਇੰਪੀਰੀਅਲ ਹੋ ਗਏ ਜੀ ਅੰਗਰੇਜ਼ ਸ਼ਕਤੀ ਨੂੰ ਕਿਹਾ ਗਿਆ ਇੰਪੀਰੀਅਲ, ਵੀ ਇਹਨੂੰ ਪ੍ਰੈਫਰੈਂਸ ਦੇਣੀ ਆ। ਇਹ ਗੱਲ ਕਿਹਦੇ ਲਈ ਸੀ ਜੀ? ਸਪੈਸ਼ਲ ਪ੍ਰਿਵਿਲੇਜ ਔਨ ਬ੍ਰਿਟਿਸ਼ ਇੰਪੋਰਟਸ ਇਨ ਇੰਡੀਆ। ਬ੍ਰਿਟਿਸ਼ ਦਾ ਸਮਾਨ ਭਾਰਤ ਵਿੱਚ ਆਵੇ, ਇੰਪੋਰਟ ਹੋਵੇ, ਉਹਨੂੰ ਸਪੈਸ਼ਲ ਪ੍ਰਿਵਿਲੇਜ ਦਿਓ। ਰੇਸ਼ੀਅਲ ਡਿਸਕ੍ਰਿਮੀਨੇਸ਼ਨ ਬਾਈ ਦਾ ਬ੍ਰਿਟਿਸ਼, ਨਹੀਂ ਇਹ ਨਹੀਂ ਸੀ। ਸਬਆਰਡੀਨੇਸ਼ਨ ਆਫ ਇੰਡੀਅਨ ਇੰਟਰਸਟ ਟੂ ਡੈਟ ਆਫ ਦਾ ਬ੍ਰਿਟਿਸ਼, ਨਹੀਂ। ਪ੍ਰੈਫਰੈਂਸ ਗਿਵਨ ਟੂ ਬ੍ਰਿਟਿਸ਼ ਪੋਲੀਟੀਕਲ ਏਜੰਟਸ ਓਵਰ ਇੰਡੀਅਨ ਪ੍ਰਿੰਸਸ, ਨਹੀਂ। ਆਨਸਰ ਹੈ ਜੀ ਇਹ, ਵੀ ਜਿਹੜਾ ਅੰਗਰੇਜ਼ਾਂ ਦਾ ਇੰਪੋਰਟ ਆ ਨਾ, ਬਰਤਾਨਵੀ ਇੰਪੋਰਟ, ਬਾਹਰੋਂ ਸਮਾਨ ਭਾਰਤ ਵਿੱਚ ਆਉਂਦਾ, ਉਹਨੂੰ ਸਪੈਸ਼ਲ ਪ੍ਰਿਵਿਲੇਜ ਦਿਓ, ਉਹਨੂੰ ਕਹਿੰਦੇ ਸੀ ਜੀ ਇੰਪੀਰੀਅਲ ਪ੍ਰੈਫਰੈਂਸ ਦਿਓ। ਇੰਪੀਰੀਅਲ ਪ੍ਰੈਫਰੈਂਸ ਬ੍ਰਿਟਿਸ਼ ਕਾਮਨਵੈਲਥ ਆਫ ਨੇਸ਼ਨਸ ਦੇ ਅੰਦਰ ਵੱਖ-ਵੱਖ ਡੋਮੀਨੀਅਨਾਂ ਅਤੇ ਕਲੋਨੀਆਂ ਵਿਚਕਾਰ, ਜੋ ਉਹਨਾਂ ਦੇ ਅੰਤਰਗਤ ਏਰੀਆ ਆਉਂਦੇ ਸੀ ਨਾ, ਬਰਤਾਨੀਆ ਦੇ ਅੰਤਰਗਤ ਏਰੀਆ ਆਉਂਦੇ ਸੀ, ਕਲੋਨੀ ਆਉਂਦੀਆਂ ਸੀ, ਦੇਸ਼ ਆਉਂਦੇ ਸੀ, ਉਹਨਾਂ ਦੇ ਵਿਚਕਾਰ ਫ੍ਰੀ ਵਪਾਰ ਸਮਝੌਤਿਆਂ ਦੀ ਇੱਕ ਪ੍ਰਸਤਾਵਿਤ ਪ੍ਰਣਾਲੀ ਸੀ। ਅਜਿਹੇ ਪ੍ਰੈਕਟਿਸਸ ਦਾ ਉਦੇਸ਼, ਅਭਿਆਸਾਂ ਦਾ ਉਦੇਸ਼ ਸਹਿਯੋਗੀ ਸਾਮਰਾਜੀ ਦੇਸ਼ਾਂ ਦੀ ਆਪਸੀ ਖੁਸ਼ਹਾਲੀ ਅਤੇ ਇਸ ਤਰ੍ਹਾਂ ਏਕਤਾ ਨੂੰ ਉਤਸ਼ਾਹਿਤ ਕਰਨਾ ਸੀ। ਬੇਸਿਕਲੀ ਕੀ ਆ? ਟ੍ਰੇਡ ਫ੍ਰੀ ਹੋਵੇ। ਅਸਰਸ਼ਨ ਆ ਜੀ, ਲਾਰਡ ਲਿਨਲਿਥਗੋ ਡਿਸਕ੍ਰਾਈਬਡ ਦਾ ਅਗਸਟ ਮੂਵਮੈਂਟ ਆਫ 1942। 1942 ਦੀ ਅਗਸਤ ਮੂਵਮੈਂਟ ਕਿਹੜੀ ਸੀ? ਭਾਰਤ ਛੋੜੋ ਅੰਦੋਲਨ। ਉਸਨੂੰ ਲਾਰਡ ਲਿਨਲਿਥਗੋ ਨੇ ਕਿਹਾ ਐਜ਼ ਦਾ ਮੋਸਟ ਸੀਰੀਅਸ ਰਿਬੇਲੀਅਨ ਸਿੰਸ ਸਪੋਏ ਮਿਊਟਨੀ। 1857 ਦੇ ਵਿਦਰੋਹ ਤੋਂ ਬਾਅਦ ਜੇ ਕੋਈ ਬਹੁਤ ਖਤਰਨਾਕ ਵਿਦਰੋਹ ਸੀ ਤਾਂ ਉਹ ਅਗਸਤ ਮੂਵਮੈਂਟ ਆਫ 1942 ਸੀ। ਇਹ ਲਾਰਡ ਲਿਨਲਿਥਗੋ ਨੇ ਕਿਹਾ ਸੀ। ਗੱਲ ਸਹੀ ਹੈ ਜੀ। ਦੇਰ ਵਾਜ਼ ਮੈਸਿਵ ਅਪਸਰਜ ਆਫ ਦਾ ਪੀਸੈਂਟਰੀ ਇਨ ਸਰਟਨ ਏਰੀਆਜ਼। ਕੁਝ ਖਿੱਤਿਆਂ ਵਿੱਚ ਕਿਸਾਨਾਂ ਨੇ ਵੱਧ ਚੜ੍ਹ ਕੇ ਬਗਾਵਤ ਕੀਤੀ ਸੀ। ਮੈਸਿਵ ਅਪਸਰਜ ਹੋਇਆ ਸੀ। ਇਹ ਵੀ ਸਹੀ ਆ ਤੇ ਇਹ ਵਨ ਆਫ ਦਾ ਕਾਰਨ ਹੈ ਏ ਦਾ। ਆਨਸਰ ਹੋ ਗਿਆ ਜੀ ਬੋਥ ਏ ਐਂਡ ਆਰ ਆਰ ਟਰੂ, ਤੇ ਆਰ ਏ ਦੀ ਕਰੈਕਟ ਐਕਸਪਲੇਨੇਸ਼ਨ ਹੈ। ਦਾ ਫਸਟ ਵੈਂਚਰ ਆਫ ਗਾਂਧੀ ਇਨ ਆਲ ਇੰਡੀਆ ਪੋਲਿਟਿਕਸ। ਸ਼ਬਦਾਂ ਨੂੰ ਧਿਆਨ ਨਾਲ ਦੇਖਣਾ ਜੀ। ਆਲ ਇੰਡੀਆ ਲੈਵਲ ਤੇ ਪੋਲਿਟਿਕਸ ਦੇ ਵਿੱਚ ਗਾਂਧੀ ਦਾ ਕਿਹੜਾ ਪਹਿਲਾ ਵੈਂਚਰ ਸੀ, ਜਾਂ ਆਪਾਂ ਕਹੀਏ ਕਿ ਗਾਂਧੀ ਜੀ ਜਦੋਂ ਸਾਊਥ ਅਫਰੀਕਾ ਤੋਂ ਭਾਰਤ ਆਏ
ਤਾਂ ਪਹਿਲੀ ਆਲ ਇੰਡੀਆ ਲੈਵਲ ਤੇ ਉਹਨਾਂ ਦੀ ਕਿਹੜੀ ਮੂਵਮੈਂਟ ਸੀ? ਨੌਨ ਕੋਆਪਰੇਸ਼ਨ ਮੂਵਮੈਂਟ, ਇਹ ਸੀ ਜੀ 1920 ਵਿੱਚ। ਅੱਛਾ ਜੀ। ਸੱਤਿਆਗ੍ਰਹਿ ਰਿਵੋਲਟ 1919 ਵਿੱਚ। ਚੰਪਾਰਨ ਮੂਵਮੈਂਟ, ਚੰਪਾਰਨ ਮੂਵਮੈਂਟ ਉਹਨਾਂ ਦੀ ਪਹਿਲੀ ਮੂਵਮੈਂਟਾਂ ਵਿੱਚੋਂ ਸੀ, ਪਰ ਇਹ ਲੋਕਲ ਲੈਵਲ ਤੇ ਸੀ, ਇਹ ਆਲ ਇੰਡੀਆ ਲੈਵਲ ਤੇ ਨਹੀਂ ਸੀ। ਇਹ ਬਿਹਾਰ ਦਾ ਇੱਕ ਏਰੀਆ ਚੰਪਾਰਨ, ਉੱਥੇ ਸੀ ਜੀ, ਇਸ ਲਈ ਇਹ ਗਲਤ ਹੋ ਜਾਂਦਾ। ਇਹਨੂੰ ਆਪਾਂ ਟਿਕ ਨਹੀਂ ਕਰ ਸਕਦੇ ਕਿਉਂਕਿ ਅਸੀਂ ਆਲ ਇੰਡੀਆ ਲੈਵਲ ਤੇ ਮੂਵਮੈਂਟ ਦੇਖਣੀ ਆ। ਦਾਂਡੀ ਮਾਰਚ, ਇਹ 1930 ਦੀ ਕਰੀਬ ਦੀਆਂ ਗੱਲਾਂ ਆ। ਆਨਸਰ ਆ ਜਾਣਾ ਜੀ ਇੱਥੇ ਬੀ, ਰੋਲਟ ਸੱਤਿਆਗ੍ਰਹਿ। ਓਕੇ। ਦਾ ਕਾਂਗਰਸ ਪਾਲਿਸੀ ਆਫ ਪ੍ਰੇ ਐਂਡ ਪਟੀਸ਼ਨ, ਸ਼ੁਰੂਆਤ ਵਿੱਚ ਕਾਂਗਰਸ ਜਦੋਂ ਬਣੀ ਸੀ ਉਹਨਾਂ ਦੀ ਪਾਲਿਸੀ ਕੀ ਰਹੀ ਸੀ ਵੀ ਅਸੀਂ ਸਰਕਾਰ ਦੇ ਅੱਗੇ ਪ੍ਰਾਰਥਨਾ ਕਰਨੀ ਆ, ਪਟੀਸ਼ਨਾਂ ਪਾਉਣੀਆਂ ਆ। ਇਹ ਪਾਲਿਸੀ ਅਲਟੀਮੇਟਲੀ ਕੇਮ ਟੂ ਐਨ ਐਂਡ ਅੰਡਰ ਦਾ ਗਾਈਡੈਂਸ ਆਫ, ਕਿਹਦੀ ਗਾਈਡੈਂਸ ਦੇ ਚੱਲਦੇ ਇਹ ਪਾਲਿਸੀ ਐਂਡ ਹੋ ਗਈ ਜੀ, ਖਤਮ ਹੋ ਗਈ ਜੀ? ਅਰਵਿੰਦੋ ਘੋਸ਼, ਬਾਲ ਗੰਗਾਧਰ ਤਿਲਕ, ਲਾਲਾ ਲਾਜਪਤ ਰਾਏ ਜਾਂ ਮਹਾਤਮਾ ਗਾਂਧੀ? ਇਹ ਸੀ ਜੀ ਬਾਲ ਗੰਗਾਧਰ ਤਿਲਕ। ਉਹਨਾਂ ਨੇ ਕਿਹਾ ਕਿ ਹੁਣ ਸਾਨੂੰ ਪ੍ਰਾਰਥਨਾ ਜਾਂ ਪਟੀਸ਼ਨ ਪਾਉਣ ਦੀ ਲੋੜ ਨਹੀਂ, ਠੀਕ ਹੈ, ਅਸੀਂ ਸਿੱਧਾ ਸੰਘਰਸ਼ ਕਰਾਂਗੇ। ਮੈਚ ਲਿਸਟ 1 with list 2 and select the correct answer using the course given below the list। ਦੇਖਦੇ ਹਾਂ ਜੀ, ਦੋ ਲਿਸਟਾਂ ਦਿੱਤੀਆਂ ਗਈਆਂ ਆ। ਆਹ ਬੰਦਿਆਂ ਦੇ ਨਾਂ ਆ ਜੀ, ਇਨਸਾਨਾਂ ਦੇ ਨਾਂ ਆ। ਆਹ ਉਹਨਾਂ ਦੇ ਜਨਰਲਸ, ਵੀ ਆਹ ਚੀਜ਼ਾਂ ਉਹਨਾਂ ਨੇ ਅਖਬਾਰ ਵਗੈਰਾ ਚਲਾਏ ਸੀ। ਸ਼ਾਮ ਕ੍ਰਿਸ਼ਨ ਵਰਮਾ, ਪਤਾ ਨਹੀਂ, ਮੈਡਮ ਬੀਕਾ ਜੀ ਕਾਮਾ, ਹਾਂ ਬੀਕਾ ਜੀ ਕਾਮਾ, ਜੇ ਤੁਸੀਂ ਪੜ੍ਹਿਆ ਹੋਏ, ਉਹਨਾਂ ਨੇ ਦਾਹ ਤਲਵਾਰ ਚਲਾਈ ਸੀ। ਐਨੀ ਬੇਸੰਤ ਨੇ ਕਾਮਨਵੈਲਥ ਚਲਾਇਆ ਸੀ, ਠੀਕ ਹੈ ਜੀ। ਤੇ ਅਰਵਿੰਦੋ ਘੋਸ਼ ਨੇ ਬੰਦੇ ਮਾਤਰਮ ਚਲਾਇਆ ਸੀ, ਬੰਦੇ ਮਾਤਰਮ। ਚਲੋ ਅਰਵਿੰਦੋ ਘੋਸ਼ ਜੀ ਸਾਨੂੰ ਨਹੀਂ ਪਤਾ ਹਾਲੇ, ਦੇਖਦੇ ਹਾਂ। ਮੈਡਮ ਬੀਕਾ ਜੀ ਕਾਮਾ, ਦਾਹ ਤਲਵਾਰ। ਬੀ ਦਾ ਹੋ ਗਿਆ ਤੀਜਾ, ਬੀ ਦਾ ਹੋ ਗਿਆ ਤੀਜਾ, ਇਹਨਾਂ ਦੋਵਾਂ ਚ ਆਨਸਰ ਆ ਜੀ। ਅੱਛਾ। ਐਨੀ ਬਸੰਤ ਕਾਮਨਵੈਲਥ, ਸੀ ਦਾ ਚੌਥਾ, ਸੀ ਦਾ ਚੌਥਾ, ਸੀ ਦਾ ਚੌਥਾ ਆਇਆ ਜੀ। ਇਹਦਾ ਮਤਲਬ ਇਹ ਆਨਸਰ ਹੋ ਗਿਆ। ਹੁਣ ਅਸੀਂ ਪੜ੍ਹ ਲੈਂਦੇ ਹਾਂ ਜੀ। ਸ਼ਿਆਮ ਜੀ ਕ੍ਰਿਸ਼ਨ ਵਰਮਾ, ਸ਼ਿਆਮ ਜੀ ਕ੍ਰਿਸ਼ਨ ਵਰਮਾ, ਏ ਦਾ ਦੂਸਰਾ, ਦਾ ਸੋਸ਼ੋਲੋਜਿਸਟ, ਠੀਕ। ਮੈਡਮ ਬੀਕਾ ਜੀ ਕਾਮਾ, ਬੀ ਦਾ ਤੀਜਾ, ਦਾ ਤਲਵਾਰ। ਐਨੀ ਬੇਸੰਟ, ਸੀ ਦਾ ਚੌਥਾ, ਦਾ ਕਾਮਨਵੈਲਥ। ਅਰਵਿੰਦੋ ਘੋਸ਼, ਡੀ ਦਾ ਪਹਿਲਾ, ਬੰਦੇ ਮਾਤਰਮ। ਇਹ ਅਖਬਾਰਾਂ ਇਹਨਾਂ ਦੀਆਂ ਸਨ। In this instance, we could not play off the Mohammedans against the Hindus। ਆਹ ਗੱਲ ਕਿਸੇ ਨੇ ਕਹੀ ਸੀ ਜੀ, ਇਹ ਗੱਲ ਕਹੀ ਸੀ ਜੀ ਐਟਕਿਸਨ ਨੇ ਕਹੀ ਸੀ, ਪੰਜਾਬ ਦਾ ਗਵਰਨਰ ਸੀ। ਉਹ ਕਹਿੰਦਾ ਵੀ ਹੁਣ ਅਸੀਂ ਮੁਸਲਮਾਨਾਂ ਨੂੰ ਹਿੰਦੂਆਂ ਦੇ ਖਿਲਾਫ ਨਹੀਂ ਕਰ ਸਕਦੇ, ਹਿੰਦੂ ਮੁਸਲਮਾਨਾਂ ਨੂੰ ਆਪਸ 'ਚ ਖਿਲਾਫ ਨਹੀਂ ਕਰ ਸਕਦੇ, ਭਾਵ ਇਹਨਾਂ 'ਚ ਕਾਫੀ ਯੂਨਿਟੀ ਆ। ਇਹ ਗੱਲ ਐਟਕਿਸਨ ਨੇ ਕਦੋਂ ਕਹੀ ਸੀ ਜੀ, ਕਿਹੜੇ ਈਵੈਂਟ ਤੇ ਕਹੀ ਸੀ? 57 ਦਾ ਰਿਵੋਲਟ, ਚੰਪਾਰਨ ਸੱਤਿਆਗ੍ਰਹਿ, ਖਿਲਾਫਤ ਐਂਡ ਨॉन ਕੋਆਪਰੇਸ਼ਨ ਮੂਵਮੈਂਟ ਜਾਂ ਅਗਸਤ ਮੂਵਮੈਂਟ ਆਫ 1942? ਇਹ ਸੀ ਜੀ ਰਿਵੋਲਟ ਆਫ 1857 ਤੇ। ਉਹਨਾਂ ਨੇ ਕਿਹਾ ਕਿ ਇਸ ਸਮੇਂ ਹਿੰਦੂ ਤੇ ਮੁਸਲਮਾਨਾਂ ਵਿੱਚ ਕਾਫੀ ਯੂਨਿਟੀ ਆ ਤੇ ਅਸੀਂ ਇਹਨਾਂ ਦੇ ਵਿੱਚ ਪਾੜ ਨਹੀਂ ਪਾ ਸਕਦੇ। ਰਿਵੋਲਟ ਆਫ 1857। Which one of the following is not a feature of the Government of India Act of 1935? 1935 ਵਾਲੇ ਐਕਟ ਦੀ ਫੀਚਰ ਨਹੀਂ ਆ, ਨਹੀਂ। ਡਾਇਆਰਕੀ ਐਟ ਦਾ ਸੈਂਟਰ ਐਜ਼ ਵੈਲ ਐਜ਼ ਇਨ ਦਾ ਪ੍ਰੋਵਿੰਸਸ। ਦੇਖੋ 1919 ਵਾਲੇ ਐਕਟ ਵਿੱਚ ਪ੍ਰੋਵਿੰਸਸ ਦੇ ਲੈਵਲ ਤੇ ਡਾਇਆਰਕੀ ਆਈ ਸੀ, ਤਾਂ 1935 ਵਾਲੇ ਐਕਟ ਤੇ ਪ੍ਰੋਵਿੰਸਸ ਲੈਵਲ ਤੇ ਡਾਇਆਰਕੀ ਖਤਮ ਕਰ ਦਿੱਤੀ ਗਈ ਸੀ ਤੇ ਸੈਂਟਰਲ ਲੈਵਲ ਤੇ ਆ ਗਈ ਸੀ। ਇਸ ਹਿਸਾਬ ਨਾਲ ਇਹ ਪੁਆਇੰਟ ਹੋ ਜਾਂਦਾ ਹੈ ਗਲਤ, ਤੇ ਆਨਸਰ ਵੀ ਕੀ ਆ? ਏ। ਬਾਕੀ ਪੜ੍ਹ ਲਓ ਜੀ। ਇਹ ਬਾਈਕੈਮਰਲ ਲੈਜਿਸਲੇਚਰ, ਇਹ ਪੁਆਇੰਟ ਸੀਗਾ। ਪ੍ਰੋਵਿੰਸ਼ੀਅਲ ਆਟੋਨੋਮੀ, ਠੀਕ ਹੈ ਜੀ। ਆਲ ਇੰਡੀਆ ਫੈਡਰੇਸ਼ਨ, ਇਹ ਵੀ ਸੀਗਾ। The Indian National Army (INA) came into existence in 1943 in। ਇੰਡੀਅਨ ਨੈਸ਼ਨਲ ਆਰਮੀ ਕਿੱਥੇ ਬਣੀ ਸੀ ਜੀ? 1943 ਵਿੱਚ ਕਿੱਥੇ ਬਣੀ ਸੀ? ਦੇਖੋ ਜੀ, ਇਹਦਾ ਵਿਚਾਰ ਆਇਆ ਸੀ, ਵੈਸੇ ਸਕੀਮ ਯੋਜਨਾ ਚਾਹੇ ਮਲਾਇਆ ਵਿੱਚ ਬਣੀ ਸੀ, ਪਰ ਅਸਲੀ ਰੂਪ ਵਿੱਚ ਇਹ ਜਾਪਾਨ ਵਿੱਚ ਜਾ ਕੇ ਬਣੀ ਸੀ, ਜਾਪਾਨ 'ਚ। ਇੰਪੋਰਟੈਂਟ ਪੁਆਇੰਟ ਹੈ ਜੀ। ਇਨ ਜਾਪਾਨ INA came into existence in March 1942 ਅੰਡਰ ਦਾ ਲੀਡਰਸ਼ਿਪ ਆਫ ਮੋਹਨ ਸਿੰਘ। ਆਹ ਵੀ ਪੁਆਇੰਟ ਇੰਪੋਰਟੈਂਟ ਆ।
ਇਹ ਸੁਭਾਸ਼ ਚੰਦਰ ਬੋਸ ਬਾਅਦ ਵਿੱਚ ਆਏ ਸੀ। ਪਹਿਲਾਂ ਮੋਹਨ ਸਿੰਘ ਨੇ ਇੰਡੀਅਨ ਨੈਸ਼ਨਲ ਆਰਮੀ ਬਣਾ ਲਈ ਸੀ। ਮੋਹਨ ਸਿੰਘ ਨੇ The idea of INA was first conceived in Malaya। ਆਈਡੀਆ ਭਾਵੇਂ ਮਲਾਇਆ ਵਿੱਚ ਤਿਆਰ ਹੋਇਆ ਬਣਿਆ, ਪਰ ਅਸਲੀ ਇਹ ਜਾਪਾਨ ਵਿੱਚ ਬਣੀ ਸੀ ਬਾਅਦ ਵਿੱਚ। As an alternative to the partition of India, Gandhi ji suggested to the Mountbatten that ਦੇਖੋ ਪਾਰਟੀਸ਼ਨ ਹੋ ਰਹੀ ਸੀ ਤਾਂ ਗਾਂਧੀ ਜੀ ਨੇ ਮਾਊਂਟਬੈਟਨ ਨੂੰ ਕੀ ਕਿਹਾ ਵੀ ਪਾਰਟੀਸ਼ਨ ਦੀ ਜਗ੍ਹਾ ਆਹ ਕੰਮ ਕਰ ਦਿਓ, ਪੋਸਟਪੋਨ ਕਰ ਦਿਓ ਇੰਡੀਪੈਂਡੈਂਸ। ਨਹੀਂ, ਨਹਿਰੂ ਤੇ ਜਿੰਨਾਂ ਨੂੰ ਇਨਵਾਈਟ ਕਰੋ ਕਿ ਤੁਸੀਂ ਇਕੱਠੇ ਸਰਕਾਰ ਬਣਾ ਦਿਓ, ਨਹੀਂ। ਆਰਮੀ ਨੂੰ ਇਨਵਾਈਟ ਕਰੋ, ਨਹੀਂ। ਅਸਲ 'ਚ ਉਹਨਾਂ ਨੇ ਕਿਹਾ ਕਿ ਯਾਰ ਵੀ ਪਾਰਟੀਸ਼ਨ ਨਾਲੋਂ ਚੰਗਾ ਆ ਕਿ ਤੁਸੀਂ ਜਿੰਨਾਂ ਨੂੰ ਇਨਵਾਈਟ ਕਰੋ ਤੇ ਉਹਨੂੰ ਕਹੋ ਸਰਕਾਰ ਬਣਾ ਲਏ। ਇਹ ਗੱਲ ਗਾਂਧੀ ਜੀ ਨੇ ਮਾਊਂਟਬੈਟਨ ਨੂੰ ਕਹੀ ਸੀ। The native state of Tripura became involved in the freedom movement early in the 20th century because ਇੱਕ ਸਟੇਟ ਸੀ ਜੀ, ਰਜਵਾੜਿਆਂ ਦੀ ਸਟੇਟ, ਰਾਜਿਆਂ ਦੀ ਸਟੇਟ ਤ੍ਰਿਪੁਰਾ। ਉਹ 20ਵੀਂ ਸਦੀ ਦੇ ਸ਼ੁਰੂਆਤ ਵਿੱਚ ਫਰੀडम ਮੂਵਮੈਂਟ 'ਚ ਉਸਨੇ ਵੀ ਹਿੱਸਾ ਲੈ ਲਿਆ। ਇਹਦਾ ਕੀ ਕਾਰਨ ਸੀ, ਮੇਨ ਰੀਜ਼ਨ ਕੀ ਸੀ? ਇਹ ਮੇਨ ਰੀਜ਼ਨ ਅੱਜ ਡੀ। ਉਹਦੇ ਵਿੱਚ ਨਾ ਸਮ ਗਰੁੱਪ ਕਿਨਸ਼ਿਪ ਲਈ ਆਪਸ ਵਿੱਚ ਲੜ ਰਹੇ ਸੀ ਤੇ ਬਾਅਦ ਵਿੱਚ ਉਹੀ ਫਿਰ ਉਹ ਅੰਗਰੇਜ਼ਾਂ ਦੇ ਖਿਲਾਫ ਵੀ ਹੋ ਗਏ। ਕੁਝ ਗਰੁੱਪ there were already some groups fighting against the kingships, ਠੀਕ, and its protector the British। ਕੁਝ ਗਰੁੱਪ ਸੀ ਉਹ ਬ੍ਰਿਟਿਸ਼ਰ ਦੇ ਖਿਲਾਫ ਆਲਰੇਡੀ ਸੀ ਤਾਂ ਇਹਨਾਂ ਦੇ ਅੰਦਰ ਵੀ ਰਾਜੇ ਨਾ, ਇਹਨਾਂ ਦੇ ਰਾਜ ਦੇ ਅੰਦਰ ਵੀ ਗੱਦੀ ਵਗੈਰਾ ਨੂੰ ਲੈ ਕੇ ਨਾ ਉਹ ਵੀ ਸੰਘਰਸ਼ ਚੱਲ ਰਿਹਾ ਸੀ। ਫਿਰ ਅਲਟੀਮੇਟਲੀ ਇਹ ਗੱਲ ਹੋਈ ਕਿ ਅਸੀਂ ਪਹਿਲਾਂ ਅੰਗਰੇਜ਼ਾਂ ਨੂੰ ਹਟਾਈਏ ਇੱਥੋਂ। ਤ੍ਰਿਪੁਰਾ ਰਾਜ, ਜਿਸ ਨੂੰ ਪਹਾੜੀ ਟਿੱਪਰਾ ਵਜੋਂ ਵੀ ਜਾਣਿਆ ਜਾਂਦਾ ਹੈ, ਇਹ ਰਾਜ 20ਵੀਂ ਸਦੀ ਦੇ ਸ਼ੁਰੂ ਵਿੱਚ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਿਲ ਹੋ ਗਿਆ ਸੀ, ਕਿਉਂਕਿ ਇੱਥੇ ਕੁਝ ਸਮੂਹ ਪਹਿਲਾਂ ਹੀ ਰਾਜਸ਼ਾਹੀ ਅਤੇ ਇਸ ਦੇ ਰਖਵਾਲੇ ਪ੍ਰੋਟੈਕਟਰ ਅੰਗਰੇਜ਼ਾਂ ਦੇ ਵਿਰੁੱਧ ਲੜ ਰਹੇ ਸਨ। ਆਫਟਰ ਰਿਟਰਨਿੰਗ ਫਰੋਮ ਸਾਊਥ ਅਫਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਗਾਂਧੀ ਜੀ ਲਾਂਚਡ ਹਿਜ਼ ਫਸਟ ਸਕਸੈਸਫੁਲ ਸੱਤਿਆਗ੍ਰਹਿ ਇਨ। ਉਹਨਾਂ ਨੇ ਆਪਣਾ ਪਹਿਲਾ ਸਕਸੈਸਫੁਲ ਸੱਤਿਆਗ੍ਰਹਿ ਕਿੱਥੇ ਲਾਂਚ ਕੀਤਾ ਸੀ ਜੀ? ਚੌਰੀ ਚੌਰਾ 1922 ਦੀ ਗੱਲ ਆ ਜੀ? ਨਹੀਂ, ਇਹ ਤਾਂ ਘਟਨਾ ਹੋਈ ਸੀ ਜਿਹਦੇ ਕਰਕੇ ਗਾਂਧੀ ਜੀ ਨੇ ਨੌਨ ਕੋਆਪਰੇਸ਼ਨ ਮੂਵਮੈਂਟ ਵਾਪਸ ਲੈ ਲਈ ਸੀ। ਦਾਂਡੀ 1930 ਦੀ ਗੱਲਾਂ ਆ। ਚੰਪਾਰਨ, ਬਰਦੌਲੀ, ਆਂਸਰ ਹੈ ਜੀ ਚੰਪਾਰਨ। ਸਾਊਥ ਅਫਰੀਕਾ ਤੋਂ ਆਉਣ ਤੋਂ ਬਾਅਦ ਚੰਪਾਰਨ ਦੀ ਮੂਵਮੈਂਟ ਗਾਂਧੀ ਜੀ ਦੀ ਫਸਟ ਸਕਸੈਸਫੁਲ ਸੱਤਿਆਗ੍ਰਹਿ ਸੀ। ਗਾਂਧੀ ਜੀ 1915 ਵਿੱਚ ਦੱਖਣੀ ਅਫਰੀਕਾ ਤੋਂ ਵਾਪਸ ਆਏ 1915 ਵਿੱਚ ਅਤੇ 1917 ਵਿੱਚ ਉਹਨਾਂ ਨੇ ਰਾਜਕੁਮਾਰ ਸ਼ੁਕਲਾ, ਇਹ ਕੁਐਸਚਨ ਵੀ ਆ ਜਾਣਾ ਵੀ ਗਾਂਧੀ ਜੀ ਆਪਣੇ ਕਿਹੜੇ ਮਿੱਤਰ ਦੀ ਰਿਕੁਐਸਟ ਤੇ ਦੀ ਬੇਨਤੀ ਤੇ ਚੰਪਾਰਨ ਗਏ ਸੀ? ਚੰਪਾਰਨ ਹੈ ਜੀ ਬਿਹਾਰ ਵਿੱਚ। ਰਾਮ ਕੁਮਾਰ ਸ਼ੁਕਲਾ, ਉਸ ਦੀ ਬੇਨਤੀ ਤੇ ਨੀਲ ਬਾਗਾਂ ਦੇ ਵਿਰੁੱਧ ਇੰਡੀਗੋ ਫਾਰਮਿੰਗ ਹੋ ਰਹੀ ਸੀ ਭਾਰਤ ਵਿੱਚ, ਚੰਪਾਰਨ ਵਿੱਚ ਵੀ। ਇੱਥੇ ਕਿਸਾਨਾਂ ਦੇ ਆਪਣੇ ਮੁੱਦੇ ਸੀ, ਉਹਨਾਂ ਦੇ ਉੱਤੇ ਟੈਕਸ ਜ਼ਿਆਦਾ ਲੱਗ ਰਿਹਾ ਸੀ ਤੇ ਉਹ ਇਸ ਇਸ਼ੂ ਕਾਰਨ ਗਾਂਧੀ ਜੀ ਉੱਥੇ ਗਏ ਸੀ, ਉਹਨਾਂ ਨੇ ਸੱਤਿਆਗ੍ਰਹਿ ਕੀਤਾ ਤੇ ਇਹ ਸੱਤਿਆਗ੍ਰਹਿ ਸਕਸੈਸਫੁਲ ਰਿਹਾ ਸੀ। ਨੀਲ ਬਾਗਾਂ ਦੇ ਵਿਰੁੱਧ ਬਿਹਾਰ ਦੇ ਚੰਪਾਰਨ ਵਿੱਚ ਆਪਣਾ ਪਹਿਲਾ ਸਫਲ ਸੱਤਿਆਗ੍ਰਹਿ ਸ਼ੁਰੂ ਕੀਤਾ। ਰਾਜਕੁਮਾਰ ਸ਼ੁਕਲਾ ਨਾਮ ਯਾਦ ਰੱਖਿਓ। ਮੈਚ ਲਿਸਟ 1 with list 2 and select the correct answer using the codes given below the list। ਦੇਖੋ ਜੀ, ਲਿਸਟ 1 ਆ ਜੀ, ਚਿਤਗਾਓ ਆਰਮਰੀ ਰੇਡ, ਅਭਿਨਵ ਭਾਰਤ, ਅਨੁਸ਼ੀਲਨ ਸਮਿਤੀ, ਕੁਕਾ ਮੂਵਮੈਂਟ। ਆ ਨਾਮ ਦੱਸਿਆ ਜੀ, ਆ ਦੇਖੋ, ਆ ਤੁਹਾਨੂੰ ਪਤਾ ਹੋਣਾ, ਕੁਕਾ ਮੂਵਮੈਂਟ, ਗੁਰੂ ਰਾਮ ਸਿੰਘ। ਡੀ ਦਾ ਹੋ ਗਿਆ ਦੂਜਾ, ਇਹਦਾ ਮਤਲਬ ਇਹਨਾਂ ਚ ਆਂਸਰ ਆ ਜੀ। ਅਭਿਨਵ ਭਾਰਤ ਅਸੀਂ ਬਾਰ-ਬਾਰ ਪੜ੍ਹਦੇ ਪਏ ਹਾਂ। ਵਿਕਰਮ ਦਾਮੋਦਰ ਸਾਵਰਕਰ, ਵੀਡੀ ਸਾਵਰਕਰ, ਤਾਂ ਬੀ ਦਾ ਹੋ ਗਿਆ ਤੀਜਾ। ਆਹ ਆਂਸਰ ਹੈ ਜੀ ਇਹ ਆਂਸਰ ਹੈ ਜੀ। ਚਿਤਗਾਓ ਆਰਮਰੀ ਰੇਡ, ਕਲਪਨਾ ਦੱਤ ਹੋ ਗਿਆ, ਬੀ ਦਾ ਤੀਜਾ ਹੋ ਗਿਆ।
अनुशीलन समिति, सी दा हो गया चौथा, अरविंदो घोष। ठीक है जी। आ प्रश्न रिपीटेड है जी। लॉर्ड लिंथलिथगो डिस्क्राइब्ड द अगस्त मूवमेंट ऑफ 1942 as the most serious revolt after the Sepoy mutiny. Peasants joined the movement in large numbers in some places. दोनों सही है ते दूसरा प्रॉपर रीजन हैगा ए दा। आंसर है जी ए। ठीक, अज लिए इन्ना ही रखते हैं, बाकी नैक्सट क्लास करते हैं। शुक्रिया जी, सत श्री अकाल।